Good morning, dear all students. ਅੱਜ ਆਪਾਂ 12th ਕਲਾਸ ਦੇ ਚੈਪਟਰ ਨੰਬਰ 6 ਨੈਟਵਰਕਿੰਗ ਬਾਰੇ ਡਿਟੇਲ ਦੇ ਵਿੱਚ ਪੜਾਂਗੇ ਕਿ ਨੈਟਵਰਕਿੰਗ ਕੀ ਹੁੰਦੀ ਹੈ, ਇਹਦੀ ਕਿਉਂ ਲੋੜ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੀਆਂ ਟਰਮਸ ਯੂਜ਼ ਹੁੰਦੀਆਂ ਤੇ ਇਹ ਕਿੱਥੇ-ਕਿੱਥੇ ਯੂਜ਼ ਹੁੰਦੀ ਹੈ। ਠੀਕ ਹੈ, ਇੰਟਰੋਡਕਸ਼ਨ ਟੂ ਨੈਟਵਰਕਿੰਗ। ਤਾਂ ਸਭ ਤੋਂ ਪਹਿਲਾਂ ਹੈਗਾ ਕਿ ਨੈਟਵਰਕ ਹੁੰਦਾ ਕੀ ਹੈ। ਬੇਸਿਕਲੀ ਦੋ ਜਾਂ ਦੋ ਤੋਂ ਜ਼ਿਆਦਾ ਕੰਪਿਊਟਰ ਜਦੋਂ ਆਪਸ ਵਿੱਚ ਜੁੜ ਜਾਂਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ, ਨੈਟਵਰਕਿੰਗ। ਪਰ ਅੱਜ ਕੱਲ੍ਹ ਕੀ ਹੈ, ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਡਾਟਾ ਭੇਜਣ ਲਈ ਬਹੁਤ ਫਾਸਟ ਕਮਿਊਨੀਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਨੈਟਵਰਕਿੰਗ ਰਾਹੀਂ ਹੀ ਪੋਸੀਬਲ ਹੁੰਦੀ ਹੈ। ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖੋ ਕਿ ਸਾਡੇ ਕੋਲ ਵਾਇਰਡ ਨੈਟਵਰਕਿੰਗ ਵੀ ਹੈ, ਵਾਇਰਲੈਸ ਵੀ ਹੈ। ਕਿ ਜਦੋਂ ਸਾਡੇ ਕਲਾਇੰਟਸ, ਲੈਪਟਾਪ ਕਲਾਇੰਟਸ ਐਂਡ ਪ੍ਰਿੰਟਰ ਸਰਵਰ ਸਾਰੇ ਆਪਸ ਵਿੱਚ ਜੁੜੇ ਮੀਨਸ ਕਿ ਆਪਣਾ ਡਾਟਾ ਇੱਕ ਥਾਂ ਦੂਜੀ ਥਾਂ ਤੇ ਆਸਾਨੀ ਨਾਲ ਭੇਜ ਸਕਦੇ ਆ। ਤਾਂ ਇਹ ਜੋ ਨੈਟਵਰਕਿੰਗ ਹੈ ਵਾਇਰਡ ਵੀ ਹੋ ਸਕਦੀ ਹੈ ਤੇ ਵਾਇਰਲੈਸ ਵੀ ਹੋ ਸਕਦੀ ਹੈ। ਠੀਕ ਹੈ, ਵਾਇਰਲੈਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਆਪਣਾ ਹੋਮ ਨੈਟਵਰਕ, ਜਿਵੇਂ ਅਸੀਂ ਵਾਈਫਾਈ ਘਰੇ ਲਗਵਾ ਲੈਂਦੇ ਹਾਂ ਤੇ ਉਸ ਵਾਈਫਾਈ ਨੂੰ ਅਸੀਂ ਸਾਰੀਆਂ ਡਿਵਾਈਸਿਸ ਦੇ ਨਾਲ ਆਪਣੇ ਕੋਲ ਕਨੈਕਟੀਵਿਟੀ ਬਣਾ ਲੈਂਦੇ ਹਾਂ, ਲਾਈਕ ਲੈਪਟਾਪ ਹੋ ਗਿਆ ਜਾਂ ਆਪਣਾ ਫੋਨਸ ਹੋ ਗਏ। ਠੀਕ ਹੈ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਨੈਟਵਰਕਿੰਗ। ਤਾਂ ਤੁਹਾਨੂੰ ਇਹ ਡਾਇਗਰਾਮ ਦੇ ਵਿੱਚ ਸ਼ਾਇਦ ਡੀਪਲੀ ਤੁਹਾਨੂੰ ਦਿਖਾਇਆ ਗਿਆ ਕਿ ਵਾਇਰਲੈਸ ਰਾਊਟਰ ਇਹ ਤੁਹਾਡਾ ਮੋਡਮ ਹੈ ਤੇ ਤੁਸੀਂ ਇਸ ਦੇ ਥਰੂ ਸਾਰੀਆਂ ਡਿਵਾਈਸਿਸ ਨੂੰ ਕਨੈਕਟ ਕੀਤਾ ਹੋਇਆ ਹੈ। ਤਾਂ ਇਹਨੂੰ ਅਸੀਂ ਕੀ ਕਹਿੰਦੇ ਆ, ਨੈਟਵਰਕਿੰਗ। ਇਹਦੇ ਨਾਲ ਸਾਡੀ ਜਿਹੜੀ ਕਮਿਊਨੀਕੇਸ਼ਨ ਬਹੁਤ ਫਾਸਟ ਹੁੰਦੀ ਹੈ। ਠੀਕ ਹੈ, ਉਹਦੇ ਬਾਰੇ ਹੁਣ ਅਸੀਂ ਨੈਕਸਟ ਟੌਪਿਕ ਸਾਡਾ ਨੀਡ ਆਫ ਨੈਟਵਰਕਿੰਗ ਵੀ, ਇਹਦੀ ਜ਼ਰੂਰਤ ਕਿਉਂ ਪਈ। ਤਾਂ ਸਾਨੂੰ ਹੁਣ ਸਮਝਾਉਂਦੇ ਆ ਕਿ ਫਾਈਲ ਸ਼ੇਅਰਿੰਗ। ਸਭ ਤੋਂ ਪਹਿਲਾ ਪੁਆਇੰਟ ਹੈ ਕਿ ਫਾਈਲ ਸ਼ੇਅਰਿੰਗ। ਜੈਸੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਨੈਟਵਰਕਿੰਗ ਹੋਣ ਨਾਲ ਜਿਹੜੀਆਂ ਸਾਡੀਆਂ ਫਾਈਲਸ ਦੀ ਸ਼ੇਅਰਿੰਗ ਹੈ, ਯਾਨੀ ਕਿ ਜਿਹੜੀਆਂ ਅਸੀਂ ਫਾਈਲਸ ਇੱਕ ਥਾਂ ਤੋਂ ਦੂਜੀ ਥਾਂ ਤੇ ਸਾਡੀ ਫਾਈਲਸ ਆਸਾਨੀ ਨਾਲ ਭੇਜੀਆਂ ਜਾ ਸਕਦੀਆਂ। ਠੀਕ ਹੈ, ਹੁਣ ਆਪਾਂ ਆਪਣੀ ਕੰਪਿਊਟਰ ਲੈਬ ਦੀ ਐਗਜ਼ਾਮਪਲ ਲਈਏ। ਉਹਦੇ ਵਿੱਚ ਕੀ ਹੈ ਕਿ ਸਾਡੇ ਕੋਲ ਸਰਵਰ ਜੋ ਹੈਗੇ 4 ਹੈ ਤੇ ਕਲਾਇੰਟਸ ਕਿੰਨੇ ਹੈ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਇੱਕ ਸਰਵਰ ਦੇ ਨਾਲ ਅਸੀਂ 4 ਜਾਂ 5 ਕਲਾਇੰਟਸ ਨੂੰ ਜੋੜਿਆ ਹੋਇਆ। ਤਾਂ ਜੇ ਮੰਨ ਲਓ 4th ਨੰਬਰ ਕਲਾਇੰਟ ਨੇ ਇਹ 1st ਨੰਬਰ ਕਲਾਇੰਟ ਤੋਂ ਕੋਈ ਡਾਟਾ ਜੋ ਅਸੀਂ ਫਸਟ ਪੀਸੀ ਤੇ ਕੰਮ ਕੀਤਾ ਤਾਂ ਲੈਣਾ, ਤਾਂ ਉਹ ਸਰਵਰ ਦੇ ਵਿੱਚ ਹੀ ਉਹ ਡਾਟਾ ਪਿਆ। ਤਾਂ ਇੱਕ ਪੀਸੀ ਤੇ ਜੇ ਅਸੀਂ ਕੰਮ ਕਰਾਂਗੇ ਤਾਂ ਉਹ ਸਾਰੇ ਪੀਸਿਸ ਦੇ ਵਿੱਚ ਉਹ ਫਾਈਲ ਆਪਣੇ ਆਪ ਸ਼ੋ ਹੋਏਗੀ। ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਫਾਈਲ ਸ਼ੇਅਰਿੰਗ। ਨੰਬਰ 2 ਇਜ਼ ਹਾਰਡਵੇਅਰ ਸ਼ੇਅਰਿੰਗ। ਹਾਰਡਵੇਅਰ ਸ਼ੇਅਰਿੰਗ ਕੀ ਹੈ, ਦੇਖੋ ਜਿਵੇਂ ਹੁਣ ਇੱਕ ਪ੍ਰਿੰਟਰ ਹੈ ਆਪਣੇ ਕੋਲੇ, ਤਾਂ ਉਹ ਇੱਕ ਸਰਵਰ ਨਾਲ ਕਨੈਕਟਡ ਹੈ। ਉਸ ਸਰਵਰ ਦੇ ਨਾਲ ਸਾਡੇ 4 ਤੋਂ 5 ਕਲਾਇੰਟਸ ਵੀ ਕਨੈਕਟਡ ਹੈ। ਤਾਂ ਉਸ ਪ੍ਰਿੰਟਰ ਨੂੰ 4 to 5 ਕਲਾਇੰਟਸ ਪ੍ਰਿੰਟਿੰਗ ਕਮਾਂਡ ਦੇ ਲਈ ਸ਼ੇਅਰ ਕਰ ਰਹੇ ਹੈ। ਤਾਂ ਹਰ ਇੱਕ ਕਲਾਇੰਟ ਨੂੰ ਆਪਣਾ ਵੱਖਰਾ ਪ੍ਰਿੰਟਰ ਲੈਣ ਦੀ ਜ਼ਰੂਰਤ ਨਹੀਂ ਹੈ। ਤਾਂ ਇਹਦੇ ਨਾਲ ਕੀ ਹੋਊਗਾ, ਸਾਡੇ ਹਾਰਡਵੇਅਰ ਵੀ ਸ਼ੇਅਰ ਹੋ ਰਹੇ ਹੈ। ਰਿਲਾਇਬਿਲਿਟੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਡਾਟਾ ਜਾਂਦਾ ਹੈ ਤਾਂ ਉਹ ਐਕੂਰੇਸੀ ਨਾਲ ਹੀ ਜਾਵੇ, ਕਿ ਕਰੈਕਟਨੈਸ ਆਫ ਡਾਟਾ ਬਣੀ ਰਵੇ, ਡਾਟਾ ਟ੍ਰਾਂਸਫਰ ਵੇਲੇ ਸਾਡਾ ਲੋਸਟ ਨਾ ਹੋਵੇ। ਠੀਕ ਹੈ, ਤਾਂ ਨੈਟਵਰਕਿੰਗ ਸਾਨੂੰ ਰਿਲਾਇਬਿਲਿਟੀ ਵੀ ਪ੍ਰਦਾਨ ਕਰਦੀ ਹੈ। ਨੈਕਸਟ, ਰਿਡਿਊਸਡ ਕੋਸਟ। ਰਿਡਿਊਸਡ ਕੋਸਟ ਕੀ ਹੈ, ਓਬਵੀਅਸ ਹੈ ਕਿ ਜਿਵੇਂ ਅਸੀਂ ਪ੍ਰਿੰਟਰ ਵਾਲੀ ਐਗਜ਼ਾਮਪਲ ਲਈ ਸੀ ਕਿ ਇੱਕ ਸਰਵਰ ਤੇ ਅਟੈਚ ਕੀਤੇ ਪ੍ਰਿੰਟਰ ਨੂੰ ਸਾਰੇ ਕਲਾਇੰਟਸ ਯੂਜ਼ ਕਰ ਰਹੇ ਹੈ। ਤਾਂ ਇਹਦੇ ਨਾਲ ਕੀ ਹੈ ਕਿ ਸਾਨੂੰ ਹਰ ਇੱਕ ਕਲਾਇੰਟ ਲਈ ਆਪਣਾ ਵੱਖਰਾ ਪ੍ਰਿੰਟਰ ਲੈਣ ਦੀ ਜ਼ਰੂਰਤ ਨਹੀਂ ਪਈ। ਤਾਂ ਸਾਡੀ ਜੋ ਮਤਲਬ ਕੋਸਟ ਹੈ ਜਾਂ ਉਹ ਕੀ ਹੋਈ ਹੈ, ਰਿਡਿਊਸ ਹੋਈ ਹੈ। ਐਂਡ ਨੈਕਸਟ ਇਜ਼ ਫਾਸਟ ਕਮਿਊਨੀਕੇਸ਼ਨ। ਇਹ ਤਾਂ ਪਤਾ ਹੀ ਚੱਲਦਾ ਕਿ ਇਹਦੇ ਨਾਲ ਜੋ ਕਮਿਊਨੀਕੇਸ਼ਨ ਹੈ, ਸੰਚਾਰ ਹੈ ਸਾਡਾ, ਕੀ ਹੋ ਗਿਆ, ਫਾਸਟ ਹੋ ਗਿਆ। ਐਂਡ ਦ ਲਾਸਟ ਵਨ ਇਜ਼ ਐਪਲੀਕੇਸ਼ਨ ਸ਼ੇਅਰਿੰਗ। ਐਪਲੀਕੇਸ਼ਨ ਸ਼ੇਅਰਿੰਗ ਮਤਲਬ ਇਹ ਹੈ ਕਿ ਮਤਲਬ ਜੋ ਅਸੀਂ ਐਪਸ ਸਾਨੂੰ ਅਲੱਗ-ਅਲੱਗ ਕਲਾਇੰਟਸ ਲਈ ਵੱਖਰੀ ਐਪ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਪਈ। ਅਸੀਂ ਸਰਵਰ ਤੇ ਇੱਕ ਵਾਰ ਹੀ ਆਪਣੀ ਐਪ ਨੂੰ ਇੰਸਟਾਲ ਕਰਾਂਗੇ ਤੇ ਉਹ ਸਾਰੇ ਕਲਾਇੰਟਸ ਉਸ ਐਪ ਨੂੰ ਸ਼ੇਅਰ ਕਰਨਗੇ। ਤਾਂ ਇਹ ਸੀ ਸਾਡੀ ਕਿ ਸਾਨੂੰ ਨੈਟਵਰਕਿੰਗ ਦੀ ਜ਼ਰੂਰਤ ਕਿਉਂ ਪਈ। ਨੈਕਸਟ ਹੈ ਨੈਟਵਰਕ ਟਰਮੀਨੋਲੋਜੀ। ਨੈਟਵਰਕ ਟਰਮੀਨੋਲੋਜੀ ਅਸੀਂ ਪੜ੍ਹਨ ਜਾ ਰਹੇ ਹਾਂ। ਇਹਦੇ ਵਿੱਚ ਇਹ ਹੈ ਕਿ ਸਾਡਾ ਜੋ ਹੈ ਕਿਹੜੀਆਂ ਟਰਮਸ ਹੈ ਜਿਹੜੀਆਂ ਨੈਟਵਰਕਿੰਗ ਦੇ ਵਿੱਚ ਯੂਜ਼ ਹੋਣਗੀਆਂ, ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈਗਾ ਨੋਡ ਔਰ ਹੋਸਟ। ਨੋਡ ਔਰ ਹੋਸਟ ਕੀ ਹੈ, ਅਸੀਂ ਵਾਰੀ ਯੂਜ਼ ਕਰ ਰਹੇ ਹਾਂ ਕਲਾਇੰਟ ਸਰਵਰ। ਤਾਂ ਜਿਹੜੇ ਸਾਡੇ ਕਲਾਇੰਟਸ ਹੁੰਦੇ ਆ, ਜਿਹੜੇ ਸਰਵਰ ਨਾਲ ਅਟੈਚ ਕੀਤੇ ਹੋਏ ਹੁੰਦੇ ਆ, ਉਹ ਸਾਡੇ ਨੋਡਸ ਹੁੰਦੇ ਆ। ਉਹਨਾਂ ਨੂੰ ਕੀ ਕਹਿ ਦਿੰਦੇ ਆ, ਹੋਸਟ ਵੀ ਕਹਿ ਦਿੰਦੇ ਆ, ਕਲਾਇੰਟਸ ਵੀ ਕਹਿ ਦਿੰਦੇ ਆ। ਤੇ ਇਹ ਆਪਣੀ ਕੰਪਿਊਟਰ ਲੈਬ ਦੇ ਵਿੱਚ ਦੀ ਬੈਸਟ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ ਕਿ ਇੱਕ ਸਰਵਰ ਦੇ ਨਾਲ ਸਾਡੇ 4 ਤੋਂ 5 ਕਲਾਇੰਟਸ ਜਾਂ ਨੋਡਸ ਐਡ ਨੇ। ਠੀਕ ਹੈ, ਨੈਕਸਟ ਇਜ਼ ਸਰਵਰ। ਤਾਂ ਕਲਾਇੰਟਸ ਦੇ ਨਾਲ ਤੁਹਾਨੂੰ ਸਰਵਰ ਦਾ ਵੀ ਕੰਸੈਪਟ ਕਲੀਅਰ ਹੋ ਗਿਆ ਹੋਣਾ ਹੈ। ਸਰਵਰ ਕੀ ਹੈ, ਸਰਵਰ ਇੱਕ ਸਪੈਸ਼ਲ ਜਾਂ ਖਾਸ ਕੰਪਿਊਟਰ ਹੁੰਦਾ ਹੈ। ਠੀਕ ਹੈ, ਜਿਸ ਦੇ ਨਾਲ ਸਾਡੇ ਸਾਰੇ ਨੋਡਸ ਜਾਂ ਕਲਾਇੰਟਸ ਜੁੜੇ ਹੁੰਦੇ ਆ। ਤਾਂ ਆਪਣੀ ਇੱਕ CPU ਦੇ ਨਾਲ ਸਾਡੇ ਕਿੰਨੇ 4 to 5 ਕਲਾਇੰਟਸ ਜੁੜੇ ਹੋਏ ਆ। ਠੀਕ ਹੈ,
ਐਂਡ ਦ ਨੈਕਸਟ ਇਜ਼ ਹੱਬ। ਹੱਬ ਕੀ ਹੈ? ਹੱਬ ਇੱਕ ਇਹੋ ਜਿਹੀ ਡਿਵਾਈਸ ਹੈ ਜਿਹੜੀ ਦੂਜੀਆਂ ਡਿਵਾਈਸਿਸ ਨੂੰ ਆਪਣੇ ਨਾਲ USB ਪੋਰਟ ਰਾਹੀਂ ਕਨੈਕਟ ਕਰਦੀ ਹੈ। ਇਹ ਸੈਂਟਰਲ ਡਿਵਾਈਸ ਹੁੰਦੀ ਹੈ। ਇਹਦੇ 'ਚ ਇਹ ਹੁੰਦਾ ਹੈ ਕਿ ਮੰਨ ਲਓ ਕਿੰਨੀਆਂ ਵੀ ਡਿਵਾਈਸਿਸ ਉਹਦੇ ਨਾਲ ਕਨੈਕਟਡ ਹੈ, ਤਾਂ ਜਦੋਂ ਡਾਟਾ ਇੱਕ ਦੂਸਰੇ ਨਾਲ ਸ਼ੇਅਰ ਕਰਨਗੀਆਂ ਡਿਵਾਈਸਿਸ, ਤਾਂ ਉਹਨਾਂ ਨੂੰ ਸੈਂਟਰਲ ਹੱਬ ਦੇ ਵਿੱਚੋਂ ਹੋ ਕੇ ਜਾਣਾ ਪਏਗਾ ਉਸ ਡਾਟਾ ਨੂੰ, ਠੀਕ ਹੈ। And the next is modem. Modem stands for modulator and demodulator. Modulator and demodulator ਤਾਂ modem ਕੀ ਹੁੰਦਾ ਹੈ? modem ਸਾਡਾ ਆਪਣੇ ਜੋ ਸਾਡਾ ਨੈਟ ਹੈ, ਜੇ ਅਸੀਂ ਕਨੈਕਸ਼ਨ ਬਣਾਉਣਾ ਚਾਹੁੰਦੇ ਹਾਂ ਆਪਣੇ ਸਰਵਰ ਦੇ ਨਾਲ ਇੰਟਰਨੈਟ ਦਾ, ਤਾਂ ਸਾਨੂੰ ਕੀ ਚਾਹੀਦਾ? modem। ਇਹਦਾ ਵੀ ਤੁਸੀਂ ਆਪਣੇ ਕੰਪਿਊਟਰ ਲੈਬਸ ਦੇ ਵਿੱਚ ਬੜੇ ਆਸਾਨੀ ਨਾਲ ਦੇਖਿਆ ਹੋਊਗਾ, ਠੀਕ ਹੈ। ਫੋਰ ਇੰਟਰਨੈਟ ਕਨੈਕਸ਼ਨ ਅਸੀਂ ਜੋ ਬਣਾਉਂਦੇ ਹਾਂ ਆਪਣਾ ਮਤਲਬ ਉਹਦੇ ਨਾਲ ਟੈਲੀਫੋਨ ਲਾਈਨ ਦੇ ਨਾਲ, ਤਾਂ ਉਹਦੇ ਲਈ ਸਾਨੂੰ ਮੋਡਮ ਦੀ ਜ਼ਰੂਰਤ ਪੈਂਦੀ ਹੈ। ਸਾਡੇ ਐਨਾਲੋਗ ਸਿਗਨਲਸ ਟੈਲੀਫੋਨ ਲਾਈਨ ਰਾਹੀਂ ਆਉਣ ਵਾਲੇ ਜਿਹੜੇ ਸਾਡੇ ਐਨਾਲੋਗ ਸਿਗਨਲਸ ਆ, ਉਹਨੂੰ ਡਿਜੀਟਲ 'ਚ ਕਨਵਰਟ ਕਰਦਾ ਹੈ ਐਂਡ ਰਿਵਰਸਿੰਗ ਵੀ ਕਰਦਾ ਹੈ, ਡਿਜੀਟਲ ਟੂ ਐਨਾਲੋਗ ਵੀ ਕਨਵਰਜਨ ਕਰਦਾ ਹੈ। ਨੈਕਸਟ, ਡਾਟਾ ਟਰਾਂਸਫਰ ਰੇਟ। ਡਾਟਾ ਟਰਾਂਸਫਰ ਰੇਟ ਕੀ ਹੈ? ਡਾਟਾ ਟਰਾਂਸਫਰ ਰੇਟ ਐਕਚੁਅਲ ਦੇ ਵਿੱਚ ਮੈਜ਼ਰ ਹੈ ਸਪੀਡ ਦਾ ਮੈਜ਼ਰ, ਕਿ ਸਾਡਾ ਜੋ ਡਾਟਾ ਟਰੈਵਲਿੰਗ ਹੋ ਰਹੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ, ਉਹ ਕਿੰਨੀ ਸਪੀਡ ਦੇ ਵਿੱਚ ਹੋ ਰਹੀ ਹੈ, ਠੀਕ ਹੈ। ਇਹ ਸਪੀਡ ਸਾਡੀ ਹੈ ਜੋ ਬਿਟਸ ਪਰ ਸੈਕਿੰਡ ਦੇ ਵਿੱਚ ਮੇਜ਼ਰ ਕੀਤੀ ਜਾਂਦੀ ਹੈ। ਇਹ kbps ਵੀ ਹੋ ਸਕਦੀ ਹੈ, mbps ਵੀ, tbps ਵੀ, pbps ਵੀ, ਕੋਈ ਵੀ ਹੋ ਸਕਦੀ ਹੈ, ਠੀਕ ਹੈ। ਐਂਡ ਦ ਨੈਕਸਟ ਇਜ਼ ਸਬਨੈਟ। ਸਬਨੈਟ ਕੀ ਹੈ? ਜੋ ਸਾਡਾ ਸਬਨੈਟ ਹੈ, ਨਾਮ ਤੋਂ ਹੀ ਪਤਾ ਲੱਗਦਾ ਸਬ ਨੈਟਵਰਕ। ਆਪਣੇ ਨੈਟਵਰਕ ਦੀ ਫਰਦਰ ਡਿਵੀਜ਼ਨ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਬ ਨੈਟਵਰਕ, ਠੀਕ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਇੱਕ ਤਰ੍ਹਾਂ ਦਾ ਲੌਜੀਕਲ ਸਬ ਡਿਵੀਜ਼ਨ ਹੁੰਦੀ ਹੈ ਸਾਡੇ IP ਨੈਟਵਰਕ ਦੀ, ਠੀਕ ਹੈ। ਜਿਵੇਂ ਸਾਡੇ ਸਕੂਲ ਦੇ ਵਿੱਚ ਅਸੀਂ ਐਗਜ਼ਾਮਪਲ ਲਈਏ, ਜਿਵੇਂ ਸਾਡਾ ਸਕੂਲ ਹੈ, ਸਕੂਲ ਸਾਡਾ ਕੀ ਹੋ ਗਿਆ? ਇੱਕ ਨੈਟਵਰਕ ਹੋ ਗਿਆ। ਉਹਦੇ ਵਿੱਚ ਸਾਡੀਆਂ ਕਲਾਸਿਸ ਬਣੀਆਂ ਹੋਈਆਂ, ਠੀਕ ਹੈ। ਤਾਂ ਕਲਾਸਿਸ ਕੀ ਹੋ ਗਿਆ? ਸਾਡੀਆਂ ਸਬ ਨੈਟਵਰਕ, ਠੀਕ ਹੈ। ਨੈਕਸਟ ਇਜ਼ ਰਾਊਟਰ। ਰਾਊਟਰ ਕੀ ਹੈ? ਰਾਊਟਰ ਇੱਕ ਇਹੋ ਜਿਹੀ ਡਿਵਾਈਸ ਹੈ ਦੈਟ ਫਾਰਵਰਡਸ ਡਾਟਾ ਬਿਟਵੀਨ ਅਦਰ ਕੰਪਿਊਟਰ ਨੈਟਵਰਕਸ, ਜਿਹੜੀਆਂ ਕਿ ਦੂਸਰੇ ਮਤਲਬ ਕੋਈ ਐਕਸਟਰਨਲ ਕੰਪਿਊਟਰ ਨੈਟਵਰਕ ਹੈ, ਕੋਈ ਵੈਨ ਹੈ, ਕੋਈ ਇੰਟਰਨੈਟ ਹੈ, ਉਹਦੇ ਨਾਲ ਕਨੈਕਸ਼ਨ ਬਣਾਉਣ ਦੇ ਲਈ ਸਾਨੂੰ ਕਿਹਦੀ ਜ਼ਰੂਰਤ ਪੈਂਦੀ ਹੈ? ਰਾਊਟਰ ਦੀ। ਗੇਟਵੇ ਕੀ ਹੈ? ਗੇਟਵੇ IP ਐਡਰੈਸ ਆਫ ਰਾਊਟਰ ਇਜ਼ ਕਾਲਡ ਗੇਟਵੇ। ਰਾਊਟਰ ਦਾ IP ਐਡਰੈਸ ਮਤਲਬ ਜੋ ਕਨੈਕਟੀਵਿਟੀ ਬਣਾਉਂਦਾ ਸਾਡਾ ਰਾਊਟਰ ਲੈਨ ਦੀ ਵੈਨ ਦੇ ਨਾਲ ਜਾਂ ਕਿਸੇ ਇੰਟਰਨੈਟ ਕਨੈਕਸ਼ਨ ਦੇ ਨਾਲ, ਤਾਂ ਉਹਨੂੰ ਤਾਂ ਰਾਊਟਰ ਜਿੱਥੇ ਲੋਕੇਟਡ ਹੁੰਦਾ ਉਸਦੇ IP ਐਡਰੈਸ ਨੂੰ ਅਸੀਂ ਕੀ ਕਹਿੰਦੇ ਆ? ਗੇਟਵੇ। ਸਵਿਚ ਕੀ ਹੈ? ਸਵਿਚ ਇੱਕ ਤਰ੍ਹਾਂ ਦਾ ਕਨੈਕਸ਼ਨ ਹੈ, ਇਲੈਕਟ੍ਰੋਨਿਕ ਸਰਕਟ ਹੈ, ਠੀਕ ਹੈ, ਜਿਹੜਾ ਕਿ ਇਲੈਕਟ੍ਰੋਨਿਕ ਕਨੈਕਸ਼ਨ ਨੂੰ ਬਣਾਉਣ ਲਈ ਜਾਂ ਡਿਸਟਰੋਏ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਮੰਨ ਲਓ ਸਾਡੇ ਲੈਪਟਾਪ ਨੇ ਪ੍ਰਿੰਟਰ ਨੂੰ ਕੋਈ ਕਮਾਂਡ ਦੇਣੀ ਹੈ, ਤਾਂ ਸਵਿਚ ਦਾ ਇਹ ਕੰਮ ਹੋਏਗਾ ਕਿ ਉਸ ਕਮਾਂਡ ਨੂੰ ਪ੍ਰਿੰਟਰ ਤੱਕ ਪਹੁੰਚਾਉਣਾ। ਤਾਂ ਦਿਸ ਇਜ਼ ਆਲ ਅਬਾਊਟ ਨੈਟਵਰਕ ਟਰਮੀਨੋਲੋਜੀ। ਅਸੀਂ ਬਿਲਕੁਲ ਲਾਸਟ ਤੇ ਇਸ ਲੈਕਚਰ ਦੇ ਇੱਕ ਐਗਜ਼ਾਮਪਲ ਰਾਹੀਂ ਤੁਹਾਨੂੰ ਸਾਰੀਆਂ ਟਰਮਸ ਕਲੀਅਰ ਕਰ ਦਾਂਗੇ ਕਿ ਕਿਸ ਟਰਮ ਦਾ ਕੀ ਕੰਮ ਹੁੰਦਾ ਹੈ, ਠੀਕ ਹੈ। ਨਾਓ ਨੈਕਸਟ, ਟਾਈਪਸ ਆਫ ਨੈਟਵਰਕ। ਟਾਈਪਸ ਆਫ ਨੈਟਵਰਕ ਮੀਨਸ ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਆ? ਨੰਬਰ 1 ਇਜ਼ LAN। LAN ਲੋਕਲ ਏਰੀਆ ਨੈਟਵਰਕ। LAN ਸਟੈਂਡਸ ਫॉर ਲੋਕਲ ਏਰੀਆ ਨੈਟਵਰਕ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਕਿ ਅਸੀਂ ਕੰਪਿਊਟਰਸ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਹੋਇਆ, ਤਾਂ ਇਹ ਜੋ LAN ਹੈ ਲਿਮਿਟਡ ਰੇਂਜ ਦੇ ਵਿੱਚ ਇੱਕ ਬਿਲਡਿੰਗ ਦੇ ਵਿੱਚ ਜੋ ਸਾਡੇ ਕੰਪਿਊਟਰਸ ਆਪਸ ਵਿੱਚ ਜਾਂ ਡਿਵਾਈਸਿਸ ਆਪਸ 'ਚ ਜੁੜੀਆਂ ਹੁੰਦੀਆਂ, ਉਹਨੂੰ ਅਸੀਂ ਕੀ ਕਹਿੰਦੇ ਆ? LAN, ਠੀਕ ਹੈ। ਇਹਨਾਂ ਦੀ ਇੱਕ ਸਪੈਸੀਫਾਈਡ ਰੇਂਜ ਹੁੰਦੀ ਹੈ, ਉਸ ਰੇਂਜ ਤੋਂ ਬਾਹਰ ਜੇ ਡਿਵਾਈਸ ਜਾਂਦੀ ਹੈ ਤਾਂ ਫਿਰ LAN ਉਸਨੂੰ ਕਨੈਕਟੀਵਿਟੀ ਨਹੀਂ ਬਣਾਏਗੀ, ਠੀਕ ਹੈ। ਐਂਡ ਦਾ ਨੈਕਸਟ ਇਜ਼ WAN। WAN ਵਾਈਡ ਏਰੀਆ ਨੈਟਵਰਕ। ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਵਾਈਡ ਮੀਨਸ ਬੜਾ, ਠੀਕ ਹੈ। ਮੰਨ ਲਓ ਸਾਡੇ ਕੋਲ ਇੱਕ ਸਕੂਲ ਦੀ ਬਿਲਡਿੰਗ ਹੈ, ਸਕੂਲ ਦੇ ਵਿੱਚ ਸਾਡੀ ਆਮਨੇ ਸਾਹਮਣੇ ਦੋ ਆਪੋਜ਼ਿਟ ਸਾਈਡਸ ਬਿਲਡਿੰਗਸ ਹੈ। ਇੱਕ ਬਿਲਡਿੰਗ ਦੇ ਵਿੱਚ LAN ਹੈ ਜਿਸ ਦੇ ਵਿੱਚ ਸਾਰੇ ਕੰਪਿਊਟਰਸ ਆਪਸ ਵਿੱਚ ਜੁੜੇ ਹੋਏ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਜੋ ਉਸਦੇ ਸਾਹਮਣੇ ਵਾਲੀ ਬਿਲਡਿੰਗ ਦੇ ਵਿੱਚ ਵੀ ਸਾਡੇ ਕੋਲ ਇੱਕ LAN ਹੈ ਜਾਂ ਇੱਕ ਕੰਪਿਊਟਰ ਲੈਬ, ਉਹਦੇ ਵਿੱਚ ਵੀ ਸਾਰੇ ਕੰਪਿਊਟਰ ਆਪਸ 'ਚ ਜੁੜੇ ਹੋਏ ਹੈ। ਤਾਂ ਇਸ ਬਿਲਡਿੰਗ ਦੀ ਤੇ ਇਸ ਬਿਲਡਿੰਗ ਦੀ LANs ਬਣ ਗਏ। ਇਸ LANs ਨੂੰ ਜਦੋਂ ਅਸੀਂ ਆਪਸ 'ਚ ਕਨੈਕਟ ਕਰ ਦਾਂਗੇ, ਮੰਨ ਲਓ ਅਸੀਂ ਚਾਹੁੰਦੇ ਹਾਂ ਕਿ ਇਸ ਬਿਲਡਿੰਗ ਦੀ LAN ਤੇ ਇਸ ਬਿਲਡਿੰਗ ਦੀ LAN ਦੋਨੋਂ ਹੀ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਨ, ਤਾਂ ਉਹਨੂੰ ਅਸੀਂ ਕੀ ਕਵਾਂਗੇ? WAN ਕਵਾਂਗੇ। ਐਂਡ ਦਾ ਲਾਸਟ ਇਜ਼ ਮੈਟਰੋਪੋਲੀਟਨ ਏਰੀਆ ਨੈਟਵਰਕ। ਮੈਨ ਕੀ ਹੁੰਦਾ ਹੈ? ਮੈਨ ਸਾਡਾ ਹੁੰਦਾ ਕਿ ਇਹ ਜਿਹਾ ਨੈਟਵਰਕ ਕਾਮਨ ਨੈਟਵਰਕ ਹੁੰਦਾ ਹੈ ਜਿਹਨੂੰ ਸਾਰੇ ਸ਼ੇਅਰ ਕਰਦੇ ਆ। ਤਾਂ ਇਹਦੀ ਬੈਸਟ ਐਗਜ਼ਾਮਪਲ ਹੈ ਕੇਬਲ TV ਨੈਟਵਰਕ, ਜਿਹੜੀ ਕਿ ਪੂਰੀ ਸਿਟੀ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਕੇਬਲ TV ਨੈਟਵਰਕ ਨੂੰ, ਤੇ ਹਰ ਘਰਾਂ ਵਿੱਚ, ਸ਼ਾਪਸ ਤੇ ਹਸਪੀਟਲ ਸਭ ਜਗ੍ਹਾ ਉਹ ਨੈਟਵਰਕ ਸ਼ੇਅਰ ਹੁੰਦਾ ਹੈ। ਨੈਕਸਟ ਇਜ਼ ਨੈਟਵਰਕ ਟੋਪੋਲੋਜੀ। ਤਾਂ ਨੈਟਵਰਕ ਟੋਪੋਲੋਜੀ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੋਪੋਲੋਜੀ ਕੀ ਹੈ। ਟੋਪੋਲੋਜੀ ਇੱਕ ਢੰਗ ਹੁੰਦਾ, ਤਰੀਕਾ ਹੁੰਦਾ, ਮੈਥਡ ਕਹਿ ਲਓ, ਕਿ ਅਸੀਂ ਇਹ ਦਿਖਾਉਣਾ ਹੈ ਕਿ ਜਿਹੜੀ ਸਾਡੇ ਕੰਪਿਊਟਰਸ ਦੇ ਵਿੱਚ ਅਸੀਂ ਨੈਟਵਰਕਿੰਗ ਕਰਨੀ ਹੈ ਉਹ ਕਿਹੜੇ ਢੰਗ ਨਾਲ ਕਰਨੀ ਹੈ। ਤਾਂ ਉਹਦਾ ਮਤਲਬ ਹੁੰਦਾ ਟੋਪੋਲੋਜੀ, ਠੀਕ ਹੈ। ਵੇ ਟੂ ਕਨੈਕਟ ਕੰਪਿਊਟਰਸ, ਠੀਕ ਹੈ। ਨਾਓ
ਸਾਡੇ ਕੋਲ ਫਸਟ ਟਾਈਪ ਹੈ ਨੈਟਵਰਕ ਟੋਪੋਲੋਜੀ ਦੀ ਬੱਸ ਟੋਪੋਲੋਜੀ। ਬੱਸ ਟੋਪੋਲੋਜੀ 'ਚ ਸਾਨੂੰ ਇੱਕ ਲੀਨੀਅਰ ਬੱਸ ਦਿੱਤੀ ਗਈ ਹੁੰਦੀ ਹੈ ਜਾਂ ਲੀਨੀਅਰ ਲਾਈਨ ਕਹਿ ਲਓ, ਜਿਹਦੇ ਨਾਲ ਸਾਡੇ ਟਰਮੀਨਲਸ ਜਾਂ ਕੰਪਿਊਟਰ ਸਾਡੇ ਕੀ ਕੀਤੇ ਹੁੰਦੇ ਆ, ਐਡ ਕੀਤੇ ਹੁੰਦੇ ਆ। ਮੰਨ ਲਓ ਇਹ ਕੰਪਿਊਟਰ ਨੇ ਲਾਸਟ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਹੈ, ਤਾਂ ਉਹ ਡਾਇਰੈਕਟ ਸੈਂਡ ਨਹੀਂ ਕਰੇਗਾ, ਉਹ ਆਪਣਾ ਡਾਟਾ ਵਿਦ IP ਐਡਰੈਸ ਆਫ ਅ ਕੰਪਿਊਟਰ ਜਾਂ ਡਿਵਾਈਸ ਇਸ ਲੀਨੀਅਰ ਬੱਸ ਦੇ ਉੱਤੇ ਫਲੋ ਕਰ ਦੇਗਾ। ਡਾਟਾ ਇਸ ਲੀਨੀਅਰ ਬੱਸ ਦੇ ਉੱਤੇ ਫਲੋ ਕਰਦਾ ਰਹੇਗਾ ਤਾਂ ਸਾਰੇ ਕੰਪਿਊਟਰ ਜੋ ਇਸ ਲੀਨੀਅਰ ਬੱਸ ਨਾਲ ਅਟੈਚ ਨੇ ਉਹ ਇਸ ਨੂੰ ਆਪਣੀ IP ਐਡਰੈਸ ਨੂੰ ਮੈਚ ਕਰਦੇ ਰਹਿਣਗੇ। ਜਿਹਦਾ IP ਐਡਰੈਸ ਮੈਚ ਕਰ ਜਾਏਗਾ ਤਾਂ ਇਹਦਾ ਮਤਲਬ ਉਹ ਡਾਟਾ ਉਸ ਕੰਪਿਊਟਰ ਦਾ ਹੈ, ਤਾਂ ਉਹ ਡਾਟਾ ਉੱਥੋਂ ਕੀ ਕਰ ਲੇਗਾ, ਰਿਸੀਵ ਕਰ ਲੇਗਾ। ਤਾਂ ਸਭ ਤੋਂ ਵੱਡਾ ਡਰਾਬੈਕ ਸਾਨੂੰ ਇਹ ਲੱਗਦਾ ਕਿ ਬੱਸ ਟੋਪੋਲੋਜੀ ਦਾ ਇਹ ਹੈ ਕਿ ਜੇ ਮੰਨ ਲਓ ਸਾਡੀ ਲੀਨੀਅਰ ਬੱਸ ਹੀ ਫਾਲਟੀ ਹੋ ਜਾਂਦੀ ਹੈ, ਜੇ ਇਸ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਸਾਡਾ ਹੋਲ ਨੈਟਵਰਕ ਹੀ ਖਰਾਬ ਹੋ ਜਾਏਗਾ ਤੇ ਸਿਸਟਮ ਕੰਮ ਕਰਨਾ ਬੰਦ ਕਰ ਦੇਗਾ। ਨਾਓ ਨੈਕਸਟ ਟੋਪੋਲੋਜੀ ਹੈ ਸਾਡੀ ਸਟਾਰ ਟੋਪੋਲੋਜੀ। ਇਹਦੇ ਵਿੱਚ ਇੱਕ ਸਾਡੀ ਸੈਂਟਰਲ ਹੱਬ ਲੱਗੀ ਹੁੰਦੀ ਹੈ, ਜਿਹਦੇ ਨਾਲ ਆਪਣੇ ਸਾਡੇ ਸਾਰੇ ਕੰਪਿਊਟਰਸ ਕਨੈਕਟ ਕੀਤੇ ਗਏ ਹੁੰਦੇ ਆ। ਤੇ ਜੇ ਮੰਨ ਲਓ ਇਸ ਕੰਪਿਊਟਰ ਨੇ ਇਸ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਹੈ ਤਾਂ ਉਹ ਪਹਿਲਾਂ ਸੈਂਟਰਲ ਹੱਬ ਨੂੰ ਭੇਜੇਗਾ ਵਿਦ IP ਐਡਰੈਸ, ਤੇ ਬਾਕੀ ਸਾਰੇ ਕੰਪਿਊਟਰਸ ਆਪਣੇ IP ਐਡਰੈਸ ਨੂੰ ਮੈਚ ਕਰਨਗੇ। ਜਿੱਥੇ IP ਐਡਰੈਸ ਮੈਚ ਕਰ ਜਾਏਗਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਡਾਟਾ ਉਸ ਕੰਪਿਊਟਰ ਦਾ ਹੈ। ਠੀਕ ਹੈ, ਤਾਂ ਹੱਬ ਦੇ ਨਾਲ ਕਨੈਕਟੀਵਿਟੀ ਹੋਣ ਕਰਕੇ ਤਾਂ ਇਹ ਨੈਟਵਰਕ ਆਪਣੇ ਆਪ ਨੂੰ ਸਟਾਰ ਸ਼ੇਪ ਵਿੱਚ ਸ਼ੋ ਕਰਦਾ ਹੈ, ਤਾਂ ਇਸ ਕਰਕੇ ਇਸ ਨੂੰ ਕਿਹੜਾ ਟੋਪੋਲੋਜੀ ਕਿਹਾ ਜਾਂਦਾ ਹੈ, ਸਟਾਰ ਟੋਪੋਲੋਜੀ। ਮੂਵ ਟੂ ਦ ਨੈਕਸਟ ਰਿੰਗ ਟੋਪੋਲੋਜੀ। ਦੇਖੋ ਇਹਦੇ ਵਿੱਚ ਕੀ ਹੈ ਕਿ ਆਪਣੇ ਜੋ ਸਾਰਾ ਨੈਟਵਰਕ ਹੈ ਇੱਕ ਰਿੰਗ ਦੀ ਤਰ੍ਹਾਂ ਆਪਸ ਦੇ ਵਿੱਚ ਕਨੈਕਟ ਹੈ। ਠੀਕ ਹੈ, ਇੱਕ ਰਿੰਗ ਬਣੀ ਹੋਈ ਹੈ, ਤਾਂ ਇਹਦੇ ਵਿੱਚ ਕੀ ਹੈ ਕਿ ਸਾਡੀਆਂ ਰਿੰਗਸ ਬਣੀਆਂ ਹੋਈਆਂ, ਤਾਂ ਸਾਰੇ ਕੰਪਿਊਟਰ ਇੱਕ ਦੂਜੇ ਨਾਲ ਇਸ ਤਰ੍ਹਾਂ ਕਨੈਕਟ ਹੈ। ਮੰਨ ਲਓ ਦਿਸ ਕੰਪਿਊਟਰ ਨੇ ਦਿਸ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਹੈ, ਤਾਂ ਉਹ ਵਿਚਾਲੇ ਜੋ ਕੰਪਿਊਟਰ ਹੋਗਾ ਉਹਦੇ ਵਿੱਚੋਂ ਦੀ ਹੋ ਕੇ ਜਾਏਗਾ, ਤਾਂ ਇਹ ਕੰਪਿਊਟਰ ਪਹਿਲਾਂ ਇਸ ਕੰਪਿਊਟਰ ਨੂੰ ਡਾਟਾ ਭੇਜੇਗਾ, ਫਿਰ ਆਹ ਵਾਲਾ ਕੰਪਿਊਟਰ ਉਸ ਤੋਂ ਡਾਟਾ ਰਿਸੀਵ ਕਰੇਗਾ। ਠੀਕ ਹੈ, ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ, ਰਿੰਗ ਟੋਪੋਲੋਜੀ। ਇਹਦਾ ਮੇਨ ਡਰਾਬੈਕ ਇਹ ਹੈ ਕਿ ਕਿਤੇ ਵੀ ਰਿੰਗ ਸਾਡੀ ਡੈਮੇਜ ਹੋ ਸਕਦੀ ਹੈ, ਤਾਂ ਦੋ ਕੰਪਿਊਟਰਸ ਦੇ ਵਿੱਚ ਜੋ ਕਨੈਕਟੀਵਿਟੀ ਹੈ ਉਹ ਫੇਲ ਹੋ ਜਾਏਗੀ ਤਾਂ ਡਾਟਾ ਮੂਵ ਨਹੀਂ ਕਰੇਗਾ। ਨੈਕਸਟ ਹੈ ਮੈਸ਼ ਟੋਪੋਲੋਜੀ। ਚ ਮੋਰ ਓਵਰ ਕੀ ਹੁੰਦਾ ਕਿ ਆਪਣਾ ਸਿੱਧੀ ਹੀ ਕਨੈਕਟੀਵਿਟੀ ਹੁੰਦੀ ਹੈ ਕੰਪਿਊਟਰਸ ਦੇ ਵਿਚਾਲੇ ਡਾਟਾ ਨੂੰ ਸੈਂਡ ਕਰਨ ਦੇ ਲਈ। ਠੀਕ ਹੈ, ਤਾਂ ਇਹਦੀ ਕਨੈਕਟੀਵਿਟੀ ਇਹਦੇ ਨਾਲ ਵੀ ਹੋ ਸਕਦੀ ਹੈ। ਤਾਂ ਮੈਸ਼ ਟੋਪੋਲੋਜੀ ਚ ਪੀਅਰ ਟੂ ਪੀਅਰ ਜਾਂ ਪੁਆਇੰਟ ਟੂ ਪੁਆਇੰਟ ਆਪਾਂ ਵੀ ਕਹਿ ਸਕਦੇ ਹਾਂ ਇਹਨੂੰ, ਜਿਵੇਂ ਤੁਹਾਡਾ ਨੈਟਵਰਕ ਡਿਸਕ੍ਰਾਈਬ ਕੀਤਾ ਹੋਇਆ, ਇਸ 'ਚ ਪੁਆਇੰਟ ਟੂ ਪੁਆਇੰਟ ਹੀ ਤੁਹਾਡਾ ਕਨੈਕਸ਼ਨ ਹੁੰਦਾ ਹੈ, ਵੀ ਡਾਇਰੈਕਟ ਕਨੈਕਸ਼ਨ ਹੁੰਦਾ ਹੈ ਕੰਪਿਊਟਰਸ ਦਾ, ਤਾਂ ਉਹਨੂੰ ਕਿਸੇ ਦੇ ਥਰੂ ਡਾਟਾ ਫਲੋ ਨਹੀਂ ਕਰਦਾ, ਸਾਡਾ ਡਾਇਰੈਕਟ ਹੀ ਇੱਕ ਥਾਂ ਦੂਜੀ ਥਾਂ ਤੇ ਜਾਂਦਾ ਹੈ। ਨੈਕਸਟ ਟੋਪੋਲੋਜੀ ਹੈ ਸਾਡੀ ਟਰੀ ਟੋਪੋਲੋਜੀ। ਟਰੀ ਟੋਪੋਲੋਜੀ ਦੇ ਵਿੱਚ ਕੀ ਹੈ, ਸਾਡੇ ਕੋਲ ਜੋ ਨੈਟਵਰਕ ਸਬ ਨੈਟਵਰਕ ਬਣੇ ਹੁੰਦੇ ਆ ਉਹ ਇੱਕ ਟਰੀ ਦੀ ਤਰ੍ਹਾਂ ਹੀ ਅੱਗੇ ਫਲੋ ਕਰਦੇ ਹੈ। ਠੀਕ ਹੈ, ਇੱਕ ਟਰੀ ਬਣਿਆ ਹੁੰਦਾ, ਤਾਂ ਇਹ ਹਾਇਰਾਰਕੀ ਬਣ ਜਾਂਦੀ ਹੈ, ਤਾਂ ਅੱਗੇ ਦੀ ਅੱਗੇ ਇਹ ਡਾਟਾ ਮੰਨ ਲਓ ਇੱਥੋਂ ਡਾਟਾ ਇੱਥੇ ਜਾਣਾ ਹੈ ਤਾਂ ਉਹ ਇਸ ਕੰਪਿਊਟਰ ਦੇ ਥਰੂ ਹੋ ਕੇ ਜਾਏਗਾ, ਇਹ ਕੰਪਿਊਟਰ ਅੱਗੇ ਸਾਰਿਆਂ ਨੂੰ ਭੇਜੇਗਾ। ਤਾਂ ਦਿਸ ਇਜ਼ ਆਲ ਅਬਾਊਟ ਦ ਨੈਟਵਰਕ ਟੋਪੋਲੋਜੀਜ਼। ਨੈਟਵਰਕ ਪ੍ਰੋਟੋਕॉल्स। नेक्स्ट है साडा प्रोटोकॉल्स की है नेटवर्क प्रोटोकॉल्स। द फर्स्ट वन इज TCP IP प्रोटोकॉल। TCP stands for ट्रांसमिशन कंट्रोल प्रोटोकॉल एंड IP stands for इंटरनेट प्रोटोकॉल। प्रोटोकॉल हुंदा की है, प्रोटोकॉल हुंदा कि रूल्स, नियम, सिद्धांत, प्रिंसिपल्स कि किस सिद्धांतां नूं या रूल्स नूं असीं फॉलो करके अपने नैटवर्क नूं एस्टैबलिश करना है। ਤਾਂ ਜਿਹੜੀ ਸਾਡੀ ਸਭ ਤੋਂ ਪਹਿਲੀ ਹੈਗੀ TCP IP। TCP IP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਦਾ ਕੀ ਕੰਮ ਹੁੰਦਾ ਹੈ ਤੇ ਕਦੋਂ ਵਰਕ ਕਰਦੀ ਹੈ। ਜਿਵੇਂ ਮੰਨ ਲਓ ਅਸੀਂ ਗੂਗਲ ਤੇ ਕੁਝ ਸਰਚਿੰਗ ਕਰਵਾਉਂਦੇ ਆ, ਤਾਂ ਅਸੀਂ ਆਪਣਾ ਟੌਪਿਕ ਲਿਖ ਕੇ ਸਰਚ ਬਟਨ ਤੇ ਕਲਿੱਕ ਕਰਦੇ ਆ, ਤਾਂ TCP ਪ੍ਰੋਟੋਕੋਲ ਨੇ ਕੀ ਕਰਨਾ ਹੈ, ਆਪਣੇ ਮੈਸੇਜ ਨੂੰ ਛੋਟੇ-ਛੋਟੇ ਪੈਕੇਟਸ ਦੇ ਵਿੱਚ ਡਿਵਾਈਡ ਕਰ ਦੇਣਾ ਹੈ ਤੇ ਉਸ ਮੈਸੇਜ ਨੂੰ ਅੱਗੇ ਡੈਸਟੀਨੇਸ਼ਨ ਤੱਕ ਪਹੁੰਚਾਉਣਾ ਹੈ। ਠੀਕ ਹੈ, ਤੇ ਉਹ ਡੈਸਟੀਨੇਸ਼ਨ ਤੱਕ ਜਦੋਂ ਉਹ ਪਹੁੰਚਾ ਰਿਹਾ ਹੁੰਦਾ, TCP IP ਦੀ ਇਹ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਆਪਣਾ ਡੈਸਟੀਨੇਸ਼ਨ ਤੱਕ ਮੈਸੇਜ ਉਸੇ ਆਰਡਰ ਦੇ ਵਿੱਚ ਹੀ ਪਹੁੰਚੇ, ਕੋਈ ਪੈਕੇਟ ਅੱਗੇ ਪਿੱਛੇ ਨਾ ਪਹੁੰਚੇ। ਇਹਦੇ ਨਾਲ ਸਾਡਾ ਸੈਂਟੈਂਸ ਕੀ ਹੋ ਜਾਊਗਾ, ਚੇਂਜ ਹੋ ਜਾਊਗਾ। ਠੀਕ ਹੈ, ਤੇ IP ਐਡਰੈਸ ਦਾ ਮਤਲਬ IP ਪ੍ਰੋਟੋਕੋਲ ਦਾ ਕੀ ਕੰਮ ਹੁੰਦਾ। IP ਪ੍ਰੋਟੋਕੋਲ ਨੇ ਇਹ ਦੇਖਣਾ ਹੁੰਦਾ ਹੈ ਕਿ ਜਦੋਂ ਡੈਸਟੀਨੇਸ਼ਨ ਤੇ ਪਹੁੰਚ ਕੇ ਸਾਡੇ ਕੋਲ ਨਤੀਜਾ ਆਉਂਦਾ ਹੈ, ਤਾਂ ਉਹ ਨਤੀਜਾ ਵਾਪਸ ਅਸੀਂ ਕਿਹੜੀ ਕਲਾਇੰਟ ਨੇ ਉਹ ਸਾਡੇ ਤੋਂ ਸੂਚਨਾ ਦੀ ਮੰਗ ਕੀਤੀ ਸੀ, ਉਸ ਕਲਾਇੰਟ ਦਾ IP ਐਡਰੈਸ ਦੇਖ ਕੇ ਉਹ ਸੂਚਨਾ ਉਸ ਤੱਕ ਪਹੁੰਚਾਉਣੀ ਹੁੰਦੀ ਹੈ। ਠੀਕ ਹੈ, ਐਂਡ ਦ ਨੈਕਸਟ ਇਜ਼ FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਫਾਈਲ ਟ੍ਰਾਂਸਫਰ ਪ੍ਰੋਟੋਕੋਲ ਇੱਕ ਸਾਡੀ ਸਟੈਂਡਰਡ ਪ੍ਰੋਟੋਕੋਲ ਹੈ। ਇਹ ਕਦੋਂ ਵਰਕ ਕਰਦੀ ਹੈ, ਮੰਨ ਲਓ ਅਸੀਂ ਸਰਵਰ ਤੋਂ ਕਲਾਇੰਟਸ ਨੂੰ ਕੋਈ ਫਾਈਲ ਟ੍ਰਾਂਸਫਰ ਕਰਨੀ ਹੁੰਦੀ ਹੈ ਜਦੋਂ, ਤਾਂ ਸਾਡੀ ਜਿਹੜੀ ਸਟੈਂਡਰਡ ਪ੍ਰੋਟੋਕੋਲ ਯੂਜ਼ ਕੀਤੀ ਜਾਂਦੀ ਹੈ ਉਹ ਹੈਗੀ ਹੈ ਸਾਡੀ FTP ਫਾਈਲ ਟ੍ਰਾਂਸਫਰ protocol। And the next is HTTP and URL।
Hypertext Transfer Protocol is a full form of HTTP, and Uniform Resource Locator is a full form of URL. ठीक है, HTTP प्रोटोकॉल साडी उदों वर्क करती है ਜਦੋਂ ਅਸੀਂ ਵੈਬ ਸਰਵਰ ਤੋਂ ਜਾਂ ਵੈਬ ਬਰਾਊਜ਼ਰਸ ਤੇ ਵੈਬ ਸਰਵਰਸ ਦੇ ਵਿਚਾਲੇ ਕੋਈ ਕਨੈਕਟੀਵਿਟੀ ਬਣਾਉਣੀ ਹੋਵੇ ਤਾਂ ਉਦੋਂ ਸਾਡੀ ਜਿਹੜੀ ਕੰਮ ਕਰਦੀ ਹੈਗੀ ਹੈ ਕਮਿਊਨੀਕੇਸ਼ਨ ਚਾਹੀਦਾ ਸਾਨੂੰ ਵੈਬ ਬਰਾਊਜ਼ਰਸ ਤੇ ਵੈਬ ਸਰਵਰ ਦੇ ਵਿੱਚ, ਤਾਂ ਉਹ HTTP ਪ੍ਰੋਟੋਕੋਲ ਸਾਡੀ ਵਰਕ ਕਰੇਗੀ। ਐਂਡ URL ਕੀ ਹੈ, ਸਾਡੀ ਵੈਬਸਾਈਟ ਦਾ ਐਡਰੈਸ ਹੈ, ਉਹਨੂੰ ਅਸੀਂ ਕੀ ਕਹਿੰਦੇ ਆ URL, ਲਾਈਕ http://www.internet.com। ਤਾਂ HTTP ਪ੍ਰੋਟੋਕੋਲ ਇਹ ਸਾਡੀ ਪ੍ਰੋਟੋਕੋਲ ਹੋ ਗਈ, ਐਂਡ internet.com ਸਾਡਾ URL ਹੋ ਗਿਆ। ਐਂਡ ਦਾ ਨੈਕਸਟ ਇਜ਼ ਕਮਿਊਨੀਕੇਸ਼ਨ ਚੈਨਲਸ। ਕਮਿਊਨੀਕੇਸ਼ਨ ਚੈਨਲਸ ਕੀ ਹੁੰਦੇ ਆ, ਨਾਮ ਤੋਂ ਹੀ ਪਤਾ ਚੱਲਦਾ ਹੈ ਕਮਿਊਨੀਕੇਸ਼ਨ ਮੀਨਸ ਸੰਚਾਰ ਕਰਨ ਲਈ ਜਿਹੜੇ ਅਸੀਂ ਚੈਨਲਸ ਨੂੰ ਯੂਜ਼ ਕਰਨਾ ਹੈ ਜਾਂ ਜਿਹੜੇ ਅਸੀਂ ਮਾਧਿਅਮ ਨੂੰ ਯੂਜ਼ ਕਰਨਾ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਕਮਿਊਨੀਕੇਸ਼ਨ ਚੈਨਲ। ਕਮਿਊਨੀਕੇਸ਼ਨ ਚੈਨਲ ਦੋ ਤਰ੍ਹਾਂ ਦੇ ਹੁੰਦੇ ਆ, ਗਾਈਡਡ ਮੀਡੀਆ ਐਂਡ ਅਨਗਾਈਡਡ ਮੀਡੀਆ। ਗਾਈਡਡ ਮੀਡੀਆ ਵਾਈਡ ਮੀਡੀਆ ਜਾਂ ਵਾਈਡ ਮੀਡੀਆ ਵੀ ਕਹਿ ਦਿੰਦੇ ਹੋ, ਜਿਹਦੇ ਵਿੱਚ ਕਮਿਊਨੀਕੇਸ਼ਨ ਦੇ ਲਈ ਸਾਡੇ ਕੋਲ ਤਾਰਾਂ ਦੀ ਯੂਜ਼ ਕੀਤੀ ਜਾਵੇ, ਕੇਬਲਸ ਯੂਜ਼ ਕੀਤੀਆਂ ਜਾਣ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ ਗਾਈਡਡ ਮੀਡੀਆ। ਐਂਡ ਅਨਗਾਈਡਡ ਮੀਡੀਆ ਜਿਹੜਾ ਵਾਇਰਲੈਸ ਮੀਡੀਆ ਹੁੰਦਾ ਉਹਨੂੰ ਅਸੀਂ ਕੀ ਕਹਿੰਦੇ ਆ ਅਨਗਾਈਡਡ ਮੀਡੀਆ। ਅੱਜ ਕੱਲ੍ਹ ਜ਼ਿਆਦਾਤਰ ਅਸੀਂ ਅਨਗਾਈਡਡ ਮੀਡੀਆ ਦਾ ਯੂਜ਼ ਕਰ ਰਹੇ ਹਾਂ, ਲਾਈਕ ਫੋਨਸ, ਲੈਪਟੋਪਸ, ਠੀਕ ਹੈ। ਤਾਂ ਗਾਈਡਡ ਮੀਡੀਆ ਦੇ ਵਿੱਚ ਕੇਬਲਸ ਜਿਹੜੀਆਂ ਸਾਡੀਆਂ ਯੂਜ਼ ਹੋਣਗੀਆਂ ਟਵਿਸਟਡ ਪੇਅਰ ਕੇਬਲ, ਕੋਐਕਸੀਅਲ ਕੇਬਲ, ਆਪਟੀਕਲ ਫਾਈਬਰ। ਤੇ ਵਾਇਰਲੈਸ ਮੀਡੀਆ ਤੁਹਾਨੂੰ ਪਤਾ ਹੀ ਹੈ, ਰੇਡੀਓ, ਮਾਈਕ੍ਰੋਵੇਵ, ਇਨਫਰਾਰੈਡ, ਸੈਟੇਲਾਈਟ ਜਿਵੇਂ ਅਸੀਂ ਮੋਬਾਈਲ ਨੈਟਵਰਕ ਲਈ ਸੈਟੇਲਾਈਟ ਦੀ ਜ਼ਰੂਰਤ ਹੁੰਦੀ ਹੈ, ਇਨਫਰਾਰੈਡ ਜਿਵੇਂ ਤੁਹਾਡੇ ਟੀਵੀ ਤੇ ਰਿਮੋਟ ਦੇ ਵਿਚਾਲੇ ਜੋ ਰੇਜ਼ ਜਾਂਦੀਆਂ ਨੇ, ਠੀਕ ਹੈ, ਉਹ ਤੁਹਾਡੀਆਂ ਇਨਫਰਾਰੈਡ ਰੇਜ਼ ਹੁੰਦੀਆਂ। ਆ ਤੁਹਾਡੀ ਟਵਿਸਟਡ ਪੇਅਰ ਦਿਖਾਈ ਹੈ, ਜਿਹੜੀਆਂ ਤੁਹਾਡੀ ਇਸ ਤਰ੍ਹਾਂ ਦੀ ਮੋਸਟਲੀ ਇਹ ਟਿਊਬ ਜਾਂ ਫੈਨ ਦੇ ਵਿੱਚ ਫੈਨ ਦੀ ਸਟੈਬਲਿਸ਼ਮੈਂਟ 'ਚ ਦੇਖੀ ਜਾਂਦੀ ਹੈ, ਤਾਂ ਇਹ ਮੋਸਟਲੀ ਰੈੱਡ ਦੀ ਜਾਂ ਯੈਲੋ ਕਲਰ ਦੀ ਹੁੰਦੀ ਹੈ, ਤਾਂ ਇਹ ਟਵਿਸਟਡ ਪੇਅਰ ਹੁੰਦੀ ਹੈ। ਤੁਹਾਡੀ ਕੋਐਕਸੀਅਲ ਕੇਬਲ ਦੇਖੋ, ਜਿਹੜੀ ਕੇਬਲ ਵਾਇਰ ਹੁੰਦੀ ਹੈ ਤੁਹਾਡੀ, ਉਹ ਵਾਲੀ ਤੁਹਾਡੀ ਕੋਐਕਸੀਅਲ ਕੇਬਲ ਹੈ, ਇਹ ਫਾਈਬਰ ਆਪਟਿਕਸ ਹੈ। ਤਾਂ ਬੱਚਿਓ ਹੁਣ ਜਿੰਨਾ ਵੀ ਅਸੀਂ ਸਾਰਾ ਕੁਝ ਪੜ੍ਹਿਆ ਉਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਜ਼ਰੀਏ ਮੈਂ ਤੁਹਾਨੂੰ ਦਿਖਾਉਂਗੀ ਕਿ ਅਸੀਂ ਸਾਰੀਆਂ ਟਰਮਸ ਨੂੰ ਕਿਵੇਂ ਅਸੀਂ ਯੂਜ਼ ਕਰਦੇ ਹਾਂ ਇਹਨਾਂ ਨੈਟਵਰਕ। ਆਓ ਦੇਖੀਏ। ਹਾਂਜੀ ਸਟੂਡੈਂਟਸ, ਅਸੀਂ ਹੁਣ ਜਿੰਨੀਆਂ ਵੀ ਟਰਮਸ ਪੜ੍ਹ ਕੇ ਆਏ ਹਾਂ ਨੈਟਵਰਕਸ ਨਾਲ ਰਿਲੇਟਡ, ਉਹਨਾਂ ਸਾਰੀਆਂ ਟਰਮਸ ਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਕੋਰਿਲੇਟ ਕਰਕੇ ਤੁਹਾਨੂੰ ਸਮਝਾਵਾਂਗੇ, ਤੁਹਾਨੂੰ ਜੋ ਕਿ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਣਗੀਆਂ। ਤਾਂ ਮੈਂ ਇੱਥੇ ਇੱਕ ਐਗਜ਼ਾਮਪਲ ਲਿੱਤੀ ਹੈ, ਜਿਸ ਦੇ ਵਿੱਚ ਮੈਂ ਕੀ ਲਿੱਤਾ ਹੋਇਆ, ਇੱਕ ਲੈਨ ਲਿੱਤੀ ਹੈ ਅਤੇ ਇੱਕ ਸਕੂਲ ਲਿੱਤਾ ਹੈ। ਤਾਂ ਫਸਟ ਆਫ ਆਲ ਤੁਹਾਨੂੰ ਲੈਨ ਪਤਾ ਹੋਣਾ ਚਾਹੀਦਾ। ਲੈਨ ਸਟੈਂਡਸ ਫॉर ਲੋਕਲ ਏਰੀਆ ਨੈਟਵਰਕ। ਇਹ ਇੱਕ ਬਾਊਂਡਰੀ ਦੇ ਅੰਦਰ ਇਸਟੈਬਲਿਸ਼ ਕੀਤਾ ਹੋਇਆ ਨੈਟਵਰਕ ਹੁੰਦਾ ਹੈ, ਜਿਹਦੇ ਵਿੱਚ ਜੋ ਵੀ ਡਿਵਾਈਸਿਸ ਹੁੰਦੀਆਂ ਉਹ ਸਾਰੀਆਂ ਆਪਸ ਦੇ ਵਿੱਚ ਕਨੈਕਟ ਹੁੰਦੀਆਂ। ਤਾਂ ਇਹਨਾਂ ਦੀ ਇੱਕ ਰੇਂਜ ਹੈ ਜੋ ਲਿਮਿਟਡ ਹੁੰਦੀ ਹੈ, ਇੱਕ ਲਿਮਿਟ ਰੇਂਜ ਦੇ ਵਿੱਚ ਹੀ ਆਪਸ 'ਚ ਕਨੈਕਟਡ ਕੀਤੀਆਂ ਗਈਆਂ ਹੁੰਦੀਆਂ, ਠੀਕ ਹੈ। ਇਸੇ ਤਰ੍ਹਾਂ ਹੀ ਜੇ ਸਕੂਲ ਨੂੰ ਦੇਖੀਏ ਤਾਂ ਸਕੂਲ ਦੀ ਜਿਹੜੀ ਆਹ ਬਾਊਂਡਰੀ ਹੈ, ਇਨਸਾਈਡ ਦਿਸ ਬਾਊਂਡਰੀ ਐਵਰੀਥਿੰਗ ਇਜ਼ ਅ ਲੈਨ। ਇਹ ਸਾਰੀ ਮਤਲਬ ਬਾਊਂਡਰੀ ਦੇ ਅੰਦਰ ਸਭ ਜੋ ਇਹਨਾਂ ਦੀ ਰੇਂਜ ਹੈ, ਤਾਂ ਲੈਨ ਦੀ ਆਹ ਰੇਂਜ ਹੈ, ਠੀਕ ਹੈ। ਤਾਂ ਇਹ ਸਕੂਲ ਦੇ ਜੋ ਸਟੂਡੈਂਟਸ ਹੈ, ਟੀਚਰਸ ਹੈ, ਤਾਂ ਇਸ ਬਾਊਂਡਰੀ ਦੇ ਵਿੱਚ ਹੀ ਵਰਕ ਕਰਦੇ ਹੈ, ਤਾਂ ਇਹਨੂੰ ਅਸੀਂ ਕੀ ਕਹਾਂਗੇ ਲੈਨ। ਤਾਂ ਸਕੂਲ ਦੀ ਬਾਊਂਡਰੀ ਲੈਨ ਹੈ, ਇੱਥੇ ਆ ਸਾਡੀ ਜੋ ਡਿਵਾਈਸਿਸ ਆਪਸ ਦੇ ਵਿੱਚ ਕਨੈਕਟਡ ਹੈ, ਇਹ ਲੈਨ ਹੈ। ਤਾਂ ਜੋ ਟੀਚਰਸ ਹੈ, ਸਟੂਡੈਂਟਸ ਹੈ, ਇੱਥੇ ਸਾਡੀਆਂ ਕੀ ਐਕਟ ਕਰਦੀਆਂ ਨੇ ਡਿਵਾਈਸਿਸ। ਤਾਂ ਸਕੂਲ ਦੇ ਵਿੱਚ ਸਾਡੇ ਜੋ ਸਟੂਡੈਂਟਸ ਨੇ, ਜਾਂ ਪੀਅਨ ਹੈ ਜਾਂ ਕੋਈ ਟੀਚਰਸ ਹੈ, ਇਹ ਸਭ ਸਾਡੀਆਂ ਕੀ ਨੇ ਡਿਵਾਈਸਿਸ ਹੈ। ਤਾਂ ਫਸਟ ਆਫ ਆਲ ਅਸੀਂ ਗੱਲ ਕਰਦੇ ਹਾਂ IP ਐਡਰੈਸਿਸ ਦੀ। IP ਐਡਰੈਸਿਸ ਕੀ ਹੁੰਦੇ ਆ, ਲੌਜੀਕਲ ਐਡਰੈਸਿਸ ਹੁੰਦੇ ਆ, ਜਿਹੜੇ ਵੀ ਹਰ ਇੱਕ ਡਿਵਾਈਸ ਦਾ ਕੋਈ ਨਾ ਕੋਈ ਲੌਜੀਕਲ ਐਡਰੈਸ ਹੁੰਦਾ ਹੈ। ਡਿਵਾਈਸ ਮੀਨਸ ਮੰਨ ਲਓ ਲੈਪਟੋਪ ਹੈ, ਪ੍ਰਿੰਟਰ ਹੈ, ਮਤਲਬ ਕਲਾਇੰਟ ਹੈ, ਕੋਈ ਨੋਡ ਹੋਰ ਹੋਸਟ ਹੈ, ਤਾਂ ਹਰੇਕ ਡਿਵਾਈਸ ਦਾ ਇੱਕ ਆਪਣਾ ਅਲੱਗ IP ਐਡਰੈਸ ਹੁੰਦਾ, ਯੂਨੀਕ ਐਡਰੈਸ ਹੁੰਦਾ ਹੈ। ਐਡਰੈਸਿਸ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੇ ਹੁੰਦੇ, ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ IP ਐਡਰੈਸਿਸ। ਦੇਖੋ ਜਿਵੇਂ ਸਾਡਾ ਲੈਪਟੋਪ ਹੈ, ਉਸਦਾ IP ਐਡਰੈਸਿਸ ਦਿੱਤਾ ਹੈ 192.168.10.2 ਅਤੇ ਆਪਣਾ ਜੋ ਪ੍ਰਿੰਟਿੰਗ ਡਿਵਾਈਸ ਹੈ ਉਹਦਾ ਹੈਗਾ 192.168.6.1। ਤਾਂ ਹੁਣ ਮੰਨ ਲਓ ਲੈਪਟੋਪ ਨੇ ਪ੍ਰਿੰਟਰ ਨੂੰ ਟਾਕ ਕਰਨਾ ਹੈ ਜਾਂ ਪ੍ਰਿੰਟ ਕਮਾਂਡ ਕੋਈ ਦੇਣੀ ਹੈ, ਤਾਂ ਉਹ ਕਿਹਦੇ ਥਰੂ ਦਊਗਾ, IP ਐਡਰੈਸ ਦੇ ਥਰੂ ਦਊਗਾ, ਠੀਕ ਹੈ। ਅਤੇ ਇਸੇ ਤਰ੍ਹਾਂ ਹੀ ਜੇ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਆਪਣੇ ਸਕੂਲ ਦੇ ਵਿੱਚ ਮੰਨ ਲਓ 3 ਕਲਾਸਿਸ ਚੱਲ ਰਹੀਆਂ, ਕਲਾਸ 10th, +1 ਅਤੇ +2। ਤਾਂ ਹਰ ਇੱਕ ਸਟੂਡੈਂਟ ਜੋ ਇਹਨਾਂ ਕਲਾਸਿਸ ਦੇ ਨੇ ਉਹ ਕੀ ਨੇ ਡਿਵਾਈਸਿਸ ਨੇ, ਅਤੇ ਹਰ ਇੱਕ ਸਟੂਡੈਂਟ ਨੂੰ ਇੱਕ ਵੱਖਰਾ ਰੋਲ ਨੰਬਰ ਅਸਾਈਨ ਕੀਤਾ ਗਿਆ ਹੁੰਦਾ। ਤਾਂ ਉਹ ਰੋਲ ਨੰਬਰ ਇਹਨਾਂ ਬੱਚਿਆਂ ਦੇ ਨੇ ਕੀ ਹੈ IP ਐਡਰੈਸ। ਤਾਂ IP ਐਡਰੈਸ ਜੋ ਹੈ ਸਾਡੇ ਉਹ ਕੀ ਹੋ ਗਏ ਬੱਚਿਆਂ ਦੇ ਰੋਲ ਨੰਬਰ, ਠੀਕ ਹੈ। ਅੱਛਾ, ਤਾਂ IP ਐਡਰੈਸ ਅਸੀਂ ਕਲੀਅਰ ਕਰ ਲਿਆ। ਹੁਣ ਗੱਲ ਆਉਂਦੀ ਹੈ ਸਵਿਚ ਦੀ। ਸਵਿਚ ਨੈਟਵਰਕ ਕੀ ਹੈ? ਸਵਿਚ ਨੈਟਵਰਕ ਕੀ ਹੈ?
ਸਵਿਚ ਨੈਟਵਰਕ ਇੱਕ ਅਜਿਹੀ ਮਤਲਬ ਸਿਚੁਏਸ਼ਨ ਹੈ ਕਿ ਜਦੋਂ ਅਸੀਂ ਕੋਈ ਮਤਲਬ ਰਿਕੁਐਸਟ ਕਿਸੇ ਨੂੰ ਸੈਂਡ ਕਰਦੇ ਹਾਂ, ਠੀਕ ਹੈ, ਉਹ ਰਿਕੁਐਸਟ ਨੂੰ ਉਹ ਅੱਗੇ ਫਾਰਵਰਡ ਕਰਦਾ ਹੈ ਅਤੇ ਉਸਨੂੰ ਮੈਨੀਪੂਲੇਟ ਕਰਨ 'ਚ ਹੈਲਪ ਕਰਦਾ ਹੈ। ਇੱਥੇ ਆਉਂਦੇ ਹਾਂ ਅਸੀਂ, ਮੰਨ ਲਓ ਕਿ ਇਸ ਲੈਪਟਾਪ ਨੇ ਆਪਣੇ ਪ੍ਰਿੰਟਰ ਤੋਂ ਇੱਕ ਕਾਪੀ ਪ੍ਰਿੰਟ ਕਢਵਾਉਣੀ ਹੈ, ਤਾਂ ਲੈਪਟਾਪ ਪ੍ਰਿੰਟ ਕਮਾਂਡ ਦਊਗਾ। ਹੁਣ ਜੋ ਸਾਡਾ ਸਵਿਚ ਨੈਟਵਰਕ ਹੈ, ਸਵਿਚ ਨੈਟਵਰਕ ਨੇ ਕੀ ਕਰਨਾ ਹੈ ਕਿ ਆਪਣੀ ਜੋ ਕਮਾਂਡ ਹੈ ਉਹ ਕਿਸ ਤੱਕ ਪਹੁੰਚਾਉਣੀ ਹੈ, ਪ੍ਰਿੰਟਰ ਤੱਕ ਪਹੁੰਚਾਉਣੀ ਹੈ ਅਤੇ ਉਸਨੂੰ ਐਗਜ਼ੀਕਿਊਟ ਕਰਨਾ ਹੈ, ਠੀਕ ਹੈ। ਤਾਂ ਸਵਿਚ ਨੈਟਵਰਕ ਦਾ ਇਹ ਕੰਮ ਹੁੰਦਾ ਹੈ ਕਿ ਸਾਡੀ ਰਿਕੁਐਸਟ ਨੂੰ ਅੱਗੇ ਤੱਕ ਪਹੁੰਚਾਉਣਾ ਅਤੇ ਉਸਨੂੰ ਐਗਜ਼ੀਕਿਊਟ ਕਰਨਾ, ਠੀਕ ਹੈ। ਅਤੇ ਜੇ ਆਪਾਂ ਇਸ ਨੂੰ ਸਕੂਲ ਨਾਲ ਕੋਰਿਲੇਟ ਕਰੀਏ ਤਾਂ ਮੰਨ ਲਓ ਇਸ 'ਚ ਆਪਾਂ ਲੈਂਦੇ ਕਿ ਮੰਨ ਲਓ ਆਪਣੇ 10th ਕਲਾਸ ਦੇ ਕਿਸੇ ਸਟੂਡੈਂਟ ਨੇ +1 ਦੇ ਕਿਸੇ ਸਟੂਡੈਂਟ ਨੂੰ ਮਿਲਣਾ ਹੈ, ਠੀਕ ਹੈ। ਤਾਂ ਉਹ 10th ਕਲਾਸ ਦਾ ਸਟੂਡੈਂਟ ਸਕੂਲ ਦੇ ਪੀਓਨ ਕੋਲ ਜਾਊਗਾ। ਪੀਓਨ ਕੀ ਕਰੇਗਾ, ਉਹ ਪੀਓਨ ਨੂੰ ਦੱਸੂਗਾ ਕਿ ਮੈਂ ਸਟੂਡੈਂਟ ਨੂੰ ਮਿਲਣਾ ਚਾਹੁੰਦਾ, ਜਾਂ ਫਿਰ ਮੇਰਾ ਮੈਸੇਜ ਉਸਨੂੰ ਦਿੱਤਾ, ਪੀਓਨ ਜਾ ਕੇ ਉਸ ਸਟੂਡੈਂਟ ਨੂੰ ਮਿਲੇਗਾ ਜਾਂ ਉਸਨੂੰ ਮਿਲਵਾਏਗਾ ਜਾਂ ਉਸਦਾ ਮੈਸੇਜ ਉਸ ਕੋਲ ਪਾਸ ਕਰੇਗਾ। ਅਤੇ ਇੱਥੇ ਜੋ ਪੀਓਨ ਹੈ ਉਹ ਤੁਹਾਡਾ ਕੀ ਹੈ, ਸਵਿਚ ਨੈਟਵਰਕ। ਕਲੀਅਰ। ਤਾਂ ਹੁਣ ਆਪਾਂ IP ਐਡਰੈਸ ਕਲੀਅਰ ਕਰ ਲਿਆ ਅਤੇ ਸਵਿਚ ਕਲੀਅਰ ਕਰ ਲਿਆ, ਠੀਕ ਹੈ। IP ਐਡਰੈਸ, ਸਵਿਚ। ਨਾਓ ਹੁਣ ਕੀ ਹੈ, ਮੰਨ ਲਓ ਸਾਡਾ ਕੋਈ ਸਟੂਡੈਂਟ ਹੈ, ਠੀਕ ਹੈ, ਉਹ ਕਿਸੇ ਬਾਹਰ ਕੋਈ ਆਪਣੀ ਸਕੂਲ ਦੀ ਬਾਊਂਡਰੀ ਤੋਂ ਬਾਹਰ ਕਿਸੇ ਨੂੰ ਵਿਜ਼ਿਟ ਕਰਨਾ ਚਾਹੁੰਦਾ ਹੈ, ਜਾਂ ਫਿਰ ਕੋਈ ਬਾਹਰ ਹੋਰ ਸਕੂਲ ਹੈ ਉਹਦੇ ਸਟੂਡੈਂਟ ਨੂੰ ਵਿਜ਼ਿਟ ਕਰਨਾ ਚਾਹੁੰਦਾ ਹੈ, ਠੀਕ ਹੈ। ਮੰਨ ਲਓ +1 ਦਾ ਕੋਈ ਸਟੂਡੈਂਟ ਹੈ, ਉਹ ਬਾਹਰ ਕਿਸੇ ਸਕੂਲ ਬਾਊਂਡਰੀ ਤੋਂ ਬਾਹਰ ਜਾ ਕੇ ਉਸਨੂੰ ਵਿਜ਼ਿਟ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਪਹਿਲਾਂ ਕੀ ਪਰਮਿਸ਼ਨ ਲੈਣੀ ਪਊਗੀ। ਗੇਟ ਦੇ ਬਾਹਰ ਜੋ ਸਾਡਾ ਸਿਕਿਉਰਿਟੀ ਗਾਰਡ ਖੜਾ ਹੁੰਦਾ ਹੈ ਉਹਦੇ ਕੋਲ ਜਾਣਾ ਪਏਗਾ ਅਤੇ ਉਹਦੇ ਕੋਲ ਪਰਮਿਸ਼ਨ ਲੈਣੀ ਪਊਗੀ ਸਟੂਡੈਂਟ ਨੂੰ, ਠੀਕ ਹੈ। ਤਾਂ ਇੱਥੇ ਜੋ ਸਾਡਾ ਮੇਨ ਸਿਕਿਉਰਿਟੀ ਗਾਰਡ ਹੈ, ਠੀਕ ਹੈ, ਇਹ ਸਾਡੀ ਸਕੂਲ ਦੀ ਬਾਊਂਡਰੀ ਦੇ ਉੱਪਰ ਖੜਾ ਹੈ, ਜਿਹੜਾ ਕਿ ਇਸ ਬੱਚੇ ਨੂੰ ਕਿਸੇ ਹੋਰ ਨਾਲ ਅਦਰ ਆਊਟਸਾਈਡ ਦਾ ਬਾਊਂਡਰੀ, ਆਊਟਸਾਈਡ ਦਾ ਲੈਨ ਤੋਂ ਬਾਹਰ ਜਾ ਕੇ ਉਸਨੂੰ ਕਨੈਕਟੀਵਿਟੀ ਕਰੂਗਾ, ਉਹਨੂੰ ਮਿਲਾਊਗਾ। ਤਾਂ ਉਹ ਸਾਡਾ ਕੌਣ ਹੈ, ਸਿਕਿਉਰਿਟੀ ਗਾਰਡ। ਬਟ ਹੇਅਰ ਦਿਸ ਇਜ਼ ਰਾਊਟਰ। ਤਾਂ ਹੁਣ ਤੁਹਾਨੂੰ ਰਾਊਟਰ ਦਾ ਕੰਸੈਪਟ ਸਮਝ ਆ ਗਿਆ ਹੋਣਾ। ਰਾਊਟਰ ਕੀ ਹੈ ਕਿ ਜਦੋਂ ਲੋਕਲ ਏਰੀਆ ਨੈਟਵਰਕ ਦੇ ਵਿੱਚ ਕਿਸੇ ਡਿਵਾਈਸ ਨੇ ਬਾਹਰ ਕਨੈਕਟੀਵਿਟੀ, ਮਤਲਬ ਉਸ ਲੋਕਲ ਏਰੀਆ ਨੈਟਵਰਕ ਦੀ ਰੇਂਜ ਤੋਂ ਬਾਹਰ ਕਨੈਕਟੀਵਿਟੀ ਕਰਨੀ ਹੋਵੇ, ਕਿਸੇ ਇੰਟਰਨੈਟ ਨਾਲ ਕਨੈਕਸ਼ਨ ਬਣਾਉਣਾ ਹੋਵੇ, ਜਾਂ ਐਨੀਥਿੰਗ ਅਦਰ ਨੈਟਵਰਕ ਲਾਈਕ ਵਾਈਡ ਏਰੀਆ ਨੈਟਵਰਕ ਨਾਲ ਕਨੈਕਟੀਵਿਟੀ ਕਰਨੀ ਹੋਵੇ, ਤਾਂ ਉਹ ਕੀ ਹੁੰਦਾ, ਸਾਡਾ ਰਾਊਟਰ। ਤਾਂ ਹੁਣ ਅਸੀਂ ਰਾਊਟਰ ਵੀ ਕਲੀਅਰ ਕਰ ਚੁੱਕੇ ਹਾਂ, ਠੀਕ ਹੈ। ਰਾਊਟਰ। ਨਾਓ ਵਟ ਇਜ਼ ਅ ਗੇਟਵੇ। ਹੁਣ ਗੱਲ ਆਉਂਦੀ ਹੈ ਗੇਟਵੇ ਕੀ ਹੈ। Gateway is nothing but the IP address of router. ਰਾਊਟਰ ਦਾ IP ਐਡਰੈਸ ਨੂੰ ਅਸੀਂ ਕੀ ਕਵਾਂਗੇ, ਗੇਟਵੇ, ਠੀਕ ਹੈ। ਹੁਣ ਗੱਲ ਇਹ ਆਉਂਦੀ ਹੈ, ਕੁਐਸਚਨ ਇਹ ਹੈ ਕਿ ਕਿਸੇ ਡਿਵਾਈਸ ਨੂੰ ਕੀ ਪਤਾ ਚੱਲੂਗਾ ਕਿ ਜਿਹੜੀ ਡਿਵਾਈਸ ਨਾਲ ਉਹਨੇ ਕਨੈਕਟੀਵਿਟੀ ਬਣਾਉਣੀ ਹੈ, ਜਾਂ ਜਿਹੜੀ ਡਿਵਾਈਸ ਨੂੰ ਉਹਨੇ ਡਾਟਾ ਸੈਂਡ ਕਰਨਾ ਹੈ, ਕਿ ਉਹ ਡਿਵਾਈਸ ਉਹ ਵਿਦਿਨ ਰੇਂਜ ਹੈ ਕਿ ਬਾਹਰ ਹੈ। ਜਿਵੇਂ ਮੰਨ ਲਓ, ਠੀਕ ਹੈ, ਇਸ ਬੱਚੇ ਨੇ ਬਾਹਰ ਜਾਣਾ ਸੀ, ਇਹ ਕਿਵੇਂ ਪਤਾ ਚੱਲੂਗਾ ਕਿ ਉਹ ਮਤਲਬ ਪਰਸਨ ਸਕੂਲ ਦੇ ਅੰਦਰ ਹੈ ਜਾਂ ਬਾਹਰ ਹੈ, ਠੀਕ ਹੈ। ਇਸ ਤਰ੍ਹਾਂ ਹੀ ਇਸ ਡਿਵਾਈਸਿਸ ਨੂੰ ਕਿਵੇਂ ਪਤਾ ਚੱਲੂਗਾ ਕਿ ਜੋ ਅਸੀਂ ਕਨੈਕਸ਼ਨ ਬਣਾਉਣਾ ਹੈ ਜਾਂ ਜਿਹਨੂੰ ਅਸੀਂ ਡਾਟਾ ਭੇਜਣਾ ਹੈ ਉਸ ਬਾਊਂਡਰੀ ਦੇ ਅੰਦਰ ਹੈ ਕਿ ਬਾਹਰ ਹੈ, ਠੀਕ ਹੈ। ਤਾਂ ਇਹ ਕੰਮ ਸਾਡਾ ਕਰਦਾ ਹੁੰਦਾ ਹੈ ਸਬਨੈਟ। ਸਬਨੈਟ ਇੱਕ ਇਹੋ ਜਿਹਾ ਇੰਟਰਫੇਸ ਹੈ ਜਿਹੜਾ ਸਾਡੇ ਲੋਕਲ ਏਰੀਆ ਨੈਟਵਰਕ ਦੀ ਰੇਂਜ ਦੇ ਵਿੱਚ ਕੰਮ ਕਰਦਾ ਹੈ, ਠੀਕ ਹੈ। ਇਹ ਕੀ ਕਰਦਾ ਹੈ, ਸਾਡੀਆਂ ਦੋ ਡਿਵਾਈਸਿਸ ਦੇ ਵਿਚਾਲੇ ਕੰਮ ਕਰਦਾ ਹੈ, ਉਹਨਾਂ ਦੇ IP ਐਡਰੈਸਿਸ ਦੇ ਵਿਚਾਲੇ ਕੰਮ ਕਰਦਾ ਹੈ, ਠੀਕ ਹੈ। ਇਹ ਕੀ ਕਰਦਾ ਹੈ ਕਿ ਜੋ IP ਐਡਰੈਸਿਸ ਦੇ ਫਲੈਗਸ ਹੁੰਦੇ ਆ ਉਹਨਾਂ ਨੂੰ ਮੈਚ ਕਰੇਗਾ। ਜੇ ਤਾਂ ਉਹ ਮੈਚ ਹੋ ਜਾਂਦੇ ਆ ਤਾਂ ਉਸ ਤੋਂ ਇਹ ਪਤਾ ਚੱਲ ਜਾਂਦਾ ਹੈ ਕਿ ਜਿਹੜੀਆਂ ਸਾਡੀਆਂ ਡਿਵਾਈਸਿਸ ਹੈ ਜਿਨ੍ਹਾਂ ਦੇ ਕਨੈਕਸ਼ਨ ਬਣਾਉਣਾ ਹੈ ਉਹ ਸਾਡੇ ਲੋਕਲ ਏਰੀਆ ਨੈਟਵਰਕ 'ਤੇ। ਜੇ ਮੰਨ ਲਓ ਉਹ ਮੈਚ ਨਹੀਂ ਕਰਦੀਆਂ ਤਾਂ ਇਟ ਮੀਨਸ ਉਹ ਕੋਈ ਆਊਟਸਾਈਡ ਨੈਟਵਰਕ ਹੈ। ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਹੁਣ ਸਬਨੈਟ ਮੈਂ ਤੁਹਾਨੂੰ ਇੱਥੇ ਕਲੀਅਰ ਕਰਦੀ ਹਾਂ। ਮੰਨ ਲਓ ਆਪਣੇ ਕੋਲ ਆਹ ਲੈਪਟਾਪ ਨੇ, ਪ੍ਰਿੰਟਰ ਨਾਲ ਹੀ ਕਨੈਕਸ਼ਨ ਬਣਾਉਣਾ ਸੀ, ਤਾਂ ਲੈਪਟਾਪ ਦਾ ਅਸੀਂ IP ਐਡਰੈਸ ਲਿਖਣ ਜਾ ਰਹੇ ਹਾਂ, ਠੀਕ ਹੈ। ਉਸ ਤੋਂ ਬਾਅਦ ਹੈਗਾ ਆਪਣਾ ਪ੍ਰਿੰਟਰ ਦਾ IP ਐਡਰੈਸ 192.168.6.1, ਠੀਕ ਹੈ। ਤਾਂ ਸਬਨੈਟ ਇਹਨਾਂ ਦੋਨਾਂ ਦੇ ਵਿਚਾਲੇ ਕੰਮ ਕਰੂਗਾ, ਠੀਕ ਹੈ। ਤਾਂ ਸਬਨੈਟ ਕੀ ਹੈ, 255.255.0.0। ਤਾਂ 255 ਇਹ ਦੋ ਫਲੈਗਸ ਇਹ ਸ਼ੋ ਕਰਦੇ ਹੈ ਕਿ ਇਹਨਾਂ ਦੋਨੋਂ IP ਐਡਰੈਸਿਸ ਦੀ ਜਿਹੜੀ ਰੇਂਜ ਹੈ ਇਹ ਮੈਚ ਕਰ ਰਹੀ ਹੈ, ਠੀਕ ਹੈ। ਜਦੋਂ ਇਹ ਦੋਨੋਂ ਰੇਂਜ ਮੈਚ ਕਰ ਰਹੀਆਂ ਨੇ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਦੋਨੋਂ ਡਿਵਾਈਸਿਸ ਨੇ ਸਾਡੀਆਂ ਉਹ ਕੀ ਹੈ, ਵਿਦਿਨ
ਲੈਨ ਹੈਗੀ ਹੈ, ਲੋਕਲ ਏਰੀਆ ਨੈਟਵਰਕ ਹੈ। ਮੰਨ ਲਓ ਇਹ ਮਿਸਮੈਚ ਕਰਦੀਆਂ, ਨਾ ਮੈਚ ਕਰਦੀਆਂ, ਤਾਂ ਫਿਰ ਕੀ ਹੁੰਦੀਆਂ ਉਹ ਆਊਟ ਆਫ ਰੇਂਜ। 0 ਦਾ ਮਤਲਬ ਇਹ ਹੈ ਕਿ ਜਿਹੜੀਆਂ ਇਹਨਾਂ ਦੀਆਂ ਫਿਗਰਸ ਹੈ, ਰੈਸਟ ਆਫ IP ਐਡਰੈਸਿਸ, ਇਹ ਫ੍ਰੀ ਆਫ ਰੇਂਜ ਹੈ, ਇਹਨਾਂ ਦਾ ਕੋਈ ਨਹੀਂ। ਫਸਟ ਬਿਟਸ ਮੈਚ ਕਰਨੀਆਂ ਚਾਹੀਦੀਆਂ ਆਪਣੀਆਂ, ਫਸਟ ਫਲੈਗ ਮੈਚ ਕਰਨੇ ਚਾਹੀਦੇ ਹੈ। ਇਹ ਮੈਚ ਹੋ ਗਏ ਤਾਂ ਇਹ ਕੀ ਹੈ, ਸਬਨੈਟ ਹੈ। ਤਾਂ ਹੁਣ ਇਹਦਾ ਕੀ ਹੈ, ਮਤਲਬ ਲੋਕਲ ਏਰੀਆ ਨੈਟਵਰਕ ਹੈ ਤਾਂ ਸਬਨੈਟ ਇਹ ਵੀ ਦੇਖਦਾ ਹੈ ਕਿ ਮੰਨ ਲਓ ਸਾਡੀ ਆ ਫਸਟ ਬਿਟ ਹੀ ਫਸਟ ਫਲੈਗ ਹੀ ਮੈਚ ਕਰ ਗਿਆ, ਤਾਂ ਵੀ ਉਸ ਤੋਂ ਇਹ ਪਤਾ ਚੱਲ ਜਾਂਦਾ ਹੈ ਕਿ ਸਾਡੀ ਜੋ ਡਿਵਾਈਸ ਹੈ ਉਹ ਵਿਦਿਨ ਲੈਨ ਹੈ। ਹੁਣ ਆਪਾਂ ਇਸੇ ਨੂੰ ਆਪਾਂ ਸਕੂਲ ਨਾਲ ਇਹਦੇ ਨਾਲ ਕੋਰਿਲੇਟ ਕਰੀਏ। ਮੰਨ ਲਓ ਅਸੀਂ ਇਹ ਦੇਖਣਾ ਹੈ ਕਿ ਜਿਹੜੇ ਸਾਡੇ ਸਟੂਡੈਂਟ ਹੈ ਉਹ ਸੇਮ ਸਕੂਲ ਦੇ ਇੱਕ ਮਤਲਬ ਸਟੂਡੈਂਟਸ ਹੈ ਉਹ ਸੇਮ ਸਕੂਲ ਤੋਂ ਬਿਲੋਂਗ ਕਰਦੇ ਕਿ ਡਿਫਰੈਂਟ ਸਕੂਲ ਤੋਂ। ਮੰਨ ਲਓ ਅਸੀਂ ਲਿਖਦੇ ਹਾਂ ਸਕੂਲ S1 ਕਲਾਸ 10th, ਠੀਕ ਹੈ, ਸੈਕਸ਼ਨ 1 ਰੋਲ ਨੰਬਰ 5, S1 ਕਲਾਸ +1 ਸੈਕਸ਼ਨ 2 ਰੋਲ ਨੰਬਰ 6। ਤਾਂ ਹੁਣ ਸਬਨੈਟ ਨੇ ਕੀ ਦੇਖਿਆ ਕਿ ਆਹ ਫਸਟ ਫਲੈਗ ਬਿਟ ਹੈ ਜੋ ਸਾਡੀ ਉਹ ਮੈਚ ਕਰ ਗਈ। ਤਾਂ ਇਹਦਾ ਮਤਲਬ ਕੀ ਹੈ ਕਿ ਜੋ ਸਾਡਾ ਮਤਲਬ ਦੋਨੋਂ ਸਟੂਡੈਂਟਸ ਨੇ ਉਹ ਦੋਨੋਂ ਸਟੂਡੈਂਟਸ ਇੱਕੋ ਹੀ ਸਕੂਲ ਦੇ ਨੇ। ਤਾਂ ਇੱਥੋਂ ਇਹ ਪਤਾ ਚੱਲਦਾ ਹੈ। ਮੰਨ ਲਓ ਐਨੀ ਅਦਰ ਸਕੂਲ ਅਸੀਂ S2 ਲਿਖਦੇ ਤਾਂ ਇਹ ਮੈਚ ਨਹੀਂ ਕਰਦਾ ਸੀ, ਤਾਂ ਸਬਨੈਟ ਸ਼ੋ ਇਹ ਕਰਦਾ ਕਿ ਜੋ ਤੁਸੀਂ ਕਨੈਕਟੀਵਿਟੀ ਬਣਾਉਣ ਜਾ ਰਹੇ ਹੋ ਜਾਂ ਜਿਹਨੂੰ ਤੁਸੀਂ ਡਾਟਾ ਟ੍ਰਾਂਸਫਰ ਕਰਨ ਜਾ ਰਹੇ ਹੋ ਉਹ ਵਿਦਿਨ ਰੇਂਜ ਨਹੀਂ ਹੈਗਾ, ਉਹ ਆਊਟਸਾਈਡ ਦਾ ਰੇਂਜ ਹੈ। ਤਾਂ ਦਿਸ ਇਜ਼ ਆਲ ਅਬਾਊਟ ਦਾ ਸਬਨੈਟ, ਠੀਕ ਹੈ। ਤਾਂ ਬੇਟਾ ਇਹੀ ਸਾਡੀਆਂ ਬੇਸਿਕਸ ਟਰਮਸ ਸੀ ਜਿਹੜੀਆਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ IP ਐਡਰੈਸ ਕੀ ਹੁੰਦੇ ਆ, ਸਵਿਚ ਕੀ ਹੁੰਦੇ ਆ, ਰਾਊਟਰ ਕੀ ਹੁੰਦਾ, ਗੇਟਵੇ ਕੀ ਹੁੰਦਾ, ਸਬਨੈਟ ਕੀ ਹੁੰਦਾ। ਤਾਂ ਇਹ ਸਾਰਾ ਕੁਛ ਆਪਾਂ ਇਸ ਤਰ੍ਹਾਂ ਅਸੀਂ ਤੁਹਾਨੂੰ ਐਗਜ਼ਾਮਪਲ ਰਾਹੀਂ ਡਿਟੇਲ ਦੇ ਵਿੱਚ ਸਮਝਾਇਆ। ਹੋਪ ਹੈ ਕਿ ਤੁਹਾਨੂੰ ਐਗਜ਼ਾਮਪਲ ਨਾਲ ਜ਼ਿਆਦਾ ਕਲੀਅਰ ਹੋਇਆ ਹੋਊਗਾ। ਤਾਂ ਤੁਸੀਂ ਇਸ ਲੈਕਚਰ ਨੂੰ 2-3 ਵਾਰ ਸੁਣੋਗੇ, ਠੀਕ ਹੈ। ਤਾਂ ਇਹਦੇ ਜੋ ਕੁਐਸਚਨਸ ਐਕਸਰਸਾਈਜ਼ ਦੇ ਪਿੱਛੇ ਉਹ ਤੁਸੀਂ ਚੰਗੀ ਤਰ੍ਹਾਂ ਲਰਨ ਕਰਨੇ ਆ। ਅਤੇ ਐਗਜ਼ਾਮਸ ਦੇ ਲਈ ਤੁਸੀਂ ਇਹ 2-3 ਵਾਰ ਲੈਕਚਰ ਦੇਖੋਗੇ ਤਾਂ ਤੁਹਾਨੂੰ ਅੱਛੇ ਸੇ ਸਮਝ ਆ ਜਾਏਗਾ। ਥੈਂਕ ਯੂ ਬੇਟਾ, ਟੇਕ ਕੇਅਰ, ਬਾਏ ਬਾਏ।